ਲੋਕਾਂ ਨੂੰ ਕੱਲ੍ਹ ਰਾਤ 12 ਵਜੇ ਤੋਂ ਬਾਅਦ ਹੀ ਪਤਾ ਲੱਗ ਗਿਆ ਹੋਵੇਗਾ ਕਿ ਈਵੈਂਟ ਕ੍ਰੀਏਸ਼ਨ ਹੋਈ ਹੈ ਕਿ ਅਸਲੀ ਤੌਰ ਤੇ ਬੰਦ। ਜੇ ਪਹਿਲਾਂ ਕੋਈ ਟੋਲ ਪਲਾਜ਼ਾ ਬੰਦ ਸੀਗਾ ਤੇ ਅਸੀਂ ਉੱਥੇ ਜਾ ਗਏ ਆ, ਫਿਰ ਕੋਈ ਗੱਲ ਕੀਤੀ ਆ ਤੇ ਫਿਰ ਤੇ ਕੋਈ ਕਹਿ ਸਕਦਾ ਕਿ ਜੇ ਟੋਲ ਪਲਾਜ਼ਾ ਹੀ ਆਪ ਜਾ ਕੇ ਉਸ ਦਿਨ ਬੰਦ ਹੋਇਆ, ਉਸ ਮੌਕੇ ਬੰਦ ਹੋਇਆ, ਤੇ ਫਿਰ ਇਹੋ ਜਿਹੀਆਂ ਗੱਲਾਂ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀ। ਅਕਾਲੀ ਦਲ ਕਹਿ ਰਿਹਾ ਕਿ ਸੀਐਮ ਮਾਨ ਇਹ ਐਲਾਨ ਕਰਨ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਨਵਾਂ ਟੋਲ ਪਲਾਜ਼ਾ ਨਹੀਂ ਲੱਗੇਗਾ। ਉਹ ਤਾਂ ਕਹਿੰਦੇ ਬੁਨਿਆਦ ਹੀ ਖਤਮ ਹੋ ਗਈ, ਉਹ ਤਾਂ ਆਪ ਹੀ ਬੰਦ ਹੈ। ਉਹਨਾਂ ਦੇ ਪਾਏ ਹੋਏ ਜਿਹੜੇ ਨੇ ਪੰਗੇ, ਉਹਨਾਂ ਨੂੰ ਤੇ ਅਸੀਂ ਖਤਮ ਕਰਨ ਤੇ ਲੱਗੇ ਹੋਏ ਆ। ਉਹਨਾਂ ਦੀ ਸਰਕਾਰ 'ਚ ਕਿੰਨੇ ਲੱਗੇ ਸੀਗੇ? ਸਾਡੇ ਤੋਂ ਤੇ ਐਲਾਨ ਦੀ ਮੰਗ ਕਰ ਰਹੇ ਨੇ, ਉਹਨਾਂ ਨੇ ਤੇ ਲਗਾਏ ਨੇ। ਉਹ ਇਹ ਗੱਲ ਕਹਿਣ ਵਾਲੇ ਕੌਣ ਹੁੰਦੇ ਨੇ? ਜਦੋਂ ਆਪ ਦੀ ਸਰਕਾਰ ਸੀਗੀ ਉਦੋਂ ਕੀ ਐਲਾਨ ਕੀਤੇ ਸੀਗੇ, ਉਦੋਂ ਕੀ ਕੀਤਾ ਸੀਗਾ, ਉਦੋਂ ਦੱਸੋ ਨਾ। ਸਰਕਾਰੀ ਥਾਣੇ ਹੋਣ ਜਾਂ ਸਰਕਾਰੀ ਸੰਸਥਾਵਾਂ ਹੋਣ, ਦਫ਼ਤਰਾਂ ਦੇ ਉੱਪਰ ਕੁੰਡੀਆਂ ਪਾਈਆਂ ਜਾਂਦੀਆਂ। ਥਰਮਲ ਪਲਾਂਟ ਨਹੀਂ ਚੱਲਣਗੇ ਜੀ, 2 ਦਿਨ ਤੱਕ ਕੋਲਾ ਰਹਿ ਗਿਆ ਜੀ, 4 ਦਿਨ ਦਾ ਰਹਿ ਗਿਆ ਜੀ। ਸਰਕਾਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਨਾਲ ਸਾਨੂੰ 70 ਲੱਖ ਟਨ ਕੋਲਾ ਜਿਹੜਾ ਆ ਪੰਜਾਬ ਨੂੰ ਮਿਲੇਗਾ ਸਾਲਾਨਾ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। 21 ਸਾਲਾਂ ਬਾਅਦ ਪੰਜਾਬ ਦੀ ਬੰਦ ਪਈ ਕੋਲ ਦੀ ਖਾਣ ਦੁਬਾਰਾ ਮੁੜ ਤੋਂ ਸ਼ੁਰੂ ਹੋਣ ਲੱਗੀ ਹੈ ਤੇ ਨਾਲ ਨੇ ਸਾਡੇ PWD ਮਿਨਿਸਟਰ ਤੇ ਨਾਲ ਹੀ ਪਾਵਰ ਮਿਨਿਸਟਰ ਨਾਲ ਗੱਲਬਾਤ ਕਰਦੇ ਹਾਂ। ETO ਸਾਹਿਬ, ਜਿਹੜਾ ਹੁਣ ਖਾਣ ਨਵੀਂ ਸ਼ੁਰੂ ਹੋਣ ਲੱਗੀ ਹੈਗੀ, ਪਹਿਲਾਂ 21 ਸਾਲ ਹੋ ਗਏ ਪਹਿਲਾਂ ਬੰਦ ਪਈ ਸੀ, ਹਾਲਾਂਕਿ ਅਲਾਟ ਤਾਂ ਕਰ ਦਿੱਤੀ ਗਈ ਸੀ, ਤਾਂ ਇਸ ਨਾਲ ਪੰਜਾਬ ਦੇ ਕੋਲ ਨੂੰ ਲੈ ਕੇ ਜਾਂ ਬੰਦ ਪਏ ਥਰਮਲ ਪਲਾਂਟਾਂ ਤੇ ਕੀ ਅਸਰ ਹੋਊਗਾ? ਜਿਹੜੀ ਸਾਡੀ ਕੋਲ ਮਾਈਨ ਸ਼ੁਰੂ ਹੋਈ ਆ, ਪਿਛਵਾੜਾ ਕੋਲ ਮਾਈਨ ਝਾਰਖੰਡ ਦੇ ਵਿੱਚ, ਇਹਦੇ ਨਾਲ ਸਾਨੂੰ 70 ਲੱਖ ਟਨ ਕੋਲਾ ਜਿਹੜਾ ਆ ਪੰਜਾਬ ਨੂੰ ਮਿਲੇਗਾ ਸਾਲਾਨਾ। ਔਰ ਇਹਦੇ ਨਾਲ ਸਾਨੂੰ ਕੋਲ ਇੰਡੀਆ ਤੋਂ ਜਿਹੜਾ ਅਸੀਂ ਕੋਲਾ ਖਰੀਦਦੇ ਹਾਂ ਜਾਂ ਸਾਨੂੰ ਇਸ ਵਾਰੀ ਇੰਪੋਰਟ ਕਰਨਾ ਪਿਆ ਵੱਡੇ ਜਾਂ ਜ਼ਿਆਦਾ ਮਹਿੰਗੇ ਰੇਟਾਂ ਦੇ ਉੱਤੇ, ਉਹਦੇ ਉੱਤੇ ਜ਼ਰੂਰ ਫਰਕ ਪਏਗਾ। ਸਾਡੀ ਪਹਿਲਾ ਰੇਕ ਜਿਹੜਾ ਆ ਕੱਲ੍ਹ ਰੋਪੜ ਦੇ ਵਿੱਚ 4000 ਟਨ ਕੋਲਾ ਜਿਹੜਾ ਆ ਉਹ ਆ ਰਿਹਾ ਹੈ। ਉਸ ਤੋਂ ਬਾਅਦ ਲਗਾਤਾਰ ਰੇਕਸ ਜਿਹੜੇ ਨੇ ਆਉਣਗੇ ਔਰ ਪੰਜਾਬ ਦੇ ਵਿੱਚ ਐਨੂਅਲ 600 ਕਰੋੜ ਰੁਪਏ ਦਾ ਫਾਇਦਾ ਇਹਦੇ ਨਾਲ ਜਿਹੜਾ ਉਹ ਹੋਏਗਾ। ਗੱਲ ਕਰੀਏ ਤਾਂ ਬੰਦ ਪਏ ਥਰਮਲ ਪਲਾਂਟਾਂ ਦੀ, ਕਿਉਂਕਿ ਪੰਜਾਬ ਦੇ ਵਿੱਚ ਅਨੇਕਾਂ ਥਰਮਲ ਪਲਾਂਟ ਲਗਾਤਾਰ ਬੰਦ ਹੋ ਰਹੇ ਨੇ। ਪਹਿਲਾਂ ਤਲਵੰਡੀ ਸਾਬੋ ਵਾਲਾ, ਹਾਲਾਂਕਿ ਉਹਦਾ ਵੀ ਇੱਕ ਯੂਨਿਟ ਚੱਲਦਾ, ਲਹਿਰਾ ਮੁਹੱਬਤ ਵਾਲੇ ਦਾ ਵੀ ਇੱਕ ਯੂਨਿਟ ਚੱਲਦਾ, ਬਠਿੰਡੇ ਵਾਲਾ ਉਹ ਬੰਦ ਹੋ ਗਿਆ ਪੂਰੀ ਤਰ੍ਹਾਂ। ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਇੱਕ ਯੂਨਿਟ ਚੱਲ ਰਹੇ ਨੇ ਉਹਨਾਂ ਨੂੰ ਵੀ ਕੋਈ ਜਿਹੜਾ ਹੁਲਾਰਾ ਮਿਲੂਗਾ ਜਾਂ ਉਹਨਾਂ ਦੁਬਾਰੇ ਸਟਾਰਟ ਹੋਣਗੇ? ਉਹ ਦੇਖੋ, ਯੂਨਿਟ ਕਿੰਨੇ ਚੱਲਦੇ ਨੇ ਇਹ ਤੇ ਡਿਪੈਂਡਸ ਅਪੋਨ ਦਾ ਡਿਮਾਂਡ, ਵੀ ਕਿੰਨੀ ਡਿਮਾਂਡ ਕਿੰਨੀ ਹੈ। ਹੁਣ ਸਾਡੀ ਜਦੋਂ ਮਈ ਜੂਨ ਦੇ ਵਿੱਚ ਡਿਮਾਂਡ ਜ਼ਿਆਦਾ ਹੁੰਦੀ ਆ, ਉਦੋਂ ਜ਼ਿਆਦਾ ਯੂਨਿਟ ਜਿਹੜੇ ਨੇ ਉਹ ਚਾਲੂ ਹੋ ਜਾਂਦੇ ਨੇ। ਹੁਣ ਸਿਆਲ ਆ, ਹੁਣ ਸਾਡੇ ਯੂਨਿਟ ਘੱਟ ਚੱਲ ਰਹੇ ਨੇ। ਪਰ ਜੇ ਕਹੀਏ ਕਿ ਆਪਾਂ ਜਿਹੜੇ ਯੂਨਿਟ ਨੇ ਉਹ ਕੋਲੇ ਦੀ ਸਪਲਾਈ ਕਰਕੇ ਬੰਦ ਨੇ, ਇਹ ਨਹੀਂ ਹੈ, ਇਹ ਨਹੀਂ। ਇਹ ਤਾਂ ਅਸਾਂ ਇਸ ਵਾਰੀ ਵੀ ਨਹੀਂ ਅਸੀਂ ਹੋਣ ਦਿੱਤਾ, ਚਾਹੇ ਸਾਨੂੰ ਇੰਪੋਰਟ ਕਰਨਾ ਪਿਆ ਕੋਲਾ। ਇਸ ਵਾਰੀ ਵੀ ਬੜੀਆਂ ਨਿਊਜ਼ ਸੀਗੀਆਂ ਸਰਕਾਰ ਬਣਨ ਦੇ ਵੇਲੇ ਕਿ ਬਲੈਕ ਆਊਟ ਹੋ ਜਾਏਗਾ ਜੀ, ਇਹ ਥਰਮਲ ਪਲਾਂਟ ਨਹੀਂ ਚੱਲਣਗੇ ਜੀ, 2 ਦਿਨ ਤੱਕ ਕੋਲਾ ਰਹਿ ਗਿਆ ਜੀ, 4 ਦਿਨ ਦਾ ਰਹਿ ਗਿਆ ਜੀ। ਸੋ ਇਹੋ ਜਿਹੀਆਂ ਸਰਕਾਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਪਰ ਅਸੀਂ ਉਹ ਵੇਲਾ ਵੀ ਬੜੀ ਬਾਖੂਬੀ ਆਪਣਾ ਕੱਢਿਆ। ਅਸੀਂ ਕੋਲਾ ਇੰਪੋਰਟ ਕਰਕੇ, ਕੋਲ ਇੰਡੀਆ ਤੋਂ ਕੋਲਾ ਲੈ ਕੇ, ਅਸੀਂ ਉਦੋਂ ਵੀ ਥਰਮਲ ਪਲਾਂਟ ਬੰਦ ਨਹੀਂ ਹੋਣ ਦਿੱਤੇ। ਰਾਦਰ ਸਾਡੇ ਜਿਹੜੇ ਸਰਕਾਰੀ ਥਰਮਲ ਪਲਾਂਟ ਨੇ ਰੋਪੜ ਤੇ ਲਹਿਰਾ ਮੁਹੱਬਤ ਵਾਲੇ, ਅਸੀਂ ਪਿਛਲੇ ਸਾਲ ਦੇ ਮੁਕਾਬਲਤਨ 84% ਬਿਜਲੀ ਜਿਹੜੀ ਆ ਜ਼ਿਆਦਾ ਜਨਰੇਟ ਕੀਤੀ ਆ ਉਹਨਾਂ ਤੋਂ। ਸੋ ਕੋਲੇ ਦੀ ਕੋਈ ਕਮੀ ਵਾਲਾ ਕੋਈ ਇਸ਼ੂ ਜਿਹੜਾ ਉਹ ਨਹੀਂ ਰਿਹਾ ਔਰ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਰਹਿਣ ਦਿੱਤਾ ਜਾਏਗਾ। ਇਸ ਖਾਣ ਨਾਲ ETO ਸਾਹਿਬ ਕੀ ਜਿਹੜਾ ਫਰਕ ਪੈ ਸਕਦਾ ਹੈ, ਕੀ ਇੰਪੈਕਟ ਪੈ ਸਕਦਾ? ਜਿਹੜੇ ਐਕਸਪੈਂਸਿਵ ਨੇ, ਕਿਉਂਕਿ ਹੁੰਦਾ ਸੀ ਕਿ ਜਿਵੇਂ ਤਲਵੰਡੀ ਸਾਬੋ ਵਾਲਾ ਉਹ ਪ੍ਰਾਈਵੇਟ ਤੋਂ ਹੀ ਲੈਂਦੇ ਨੇ, ਜਿਹੜੀ ਮਾਈਨ ਉਹ ਪ੍ਰਾਈਵੇਟ ਅਲਾਟ ਕੀਤੀ ਗਈ ਹੈ, ਤੇ ਉਸ ਤੋਂ ਬਾਅਦ ਬਾਕੀ ਜਿਹੜੇ ਸਰਕਾਰੀ ਨੇ ਤਾਂ ਉਹਨਾਂ ਦੀ ਹੁਣ ਝਾਰਖੰਡ ਵਾਲੀ ਜਿਹੜੀ ਦੁਬਾਰਾ ਸ਼ੁਰੂ ਕਰ ਦਿੱਤੀ ਗਈ। ਤਾਂ ਇਹਨਾਂ ਐਕਸਪੈਂਸਿਵ ਦਾ ਕਿੰਨਾ ਫਰਕ ਪਊਗਾ? ਦੇਖੋ, ਮੈਂ ਤੁਹਾਨੂੰ ਦੱਸਿਆ ਹੈ ਕਿ 600 ਕਰੋੜ ਰੁਪਇਆ ਜਿਹੜਾ ਆ ਉਹ ਸਾਨੂੰ ਸਾਲਾਨਾ ਇਹਦੇ ਤੋਂ ਬਚਤ ਹੋਣੀ ਹੈ। 70 ਲੱਖ ਟਨ ਅਸੀਂ ਉੱਥੋਂ ਜਿਹੜਾ ਆ ਉਹ ਕੋਲਾ ਸਾਡੀ ਕਪੈਸਿਟੀ ਆ। ਇਹ ਕਪੈਸਿਟੀ ਹੋਰ ਵੀ ਵਧਾਈ ਜਾ ਸਕਦੀ ਹੈ। ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪਿੱਛੇ ਵੀ ਕੇਂਦਰੀ ਮੰਤਰੀਆਂ ਨੂੰ ਮਿਲ ਕੇ ਆਏ ਨੇ। ਉਹਨਾਂ ਨੇ ਵੀ ਇਹੋ ਹੀ ਆਪਣੀ ਡਿਮਾਂਡ ਕੀਤੀ ਆ ਕਿ ਜਿਹੜਾ ਦੂਜੇ ਸਾਡੇ ਥਰਮਲ ਪਲਾਂਟ ਨੇ ਇਹਨੂੰ ਵੀ ਸਾਨੂੰ ਅਲਾਓ ਕੀਤਾ ਜਾਵੇ ਕਿ ਅਸੀਂ ਆਪਣੀ ਕੈਪਟਿਵ ਮਾਈਨ ਦੇ ਵਿੱਚੋਂ ਕੋਲ ਇਹਨਾਂ ਨੂੰ ਵੀ ਮੁਹੱਈਆ ਕਰਵਾ ਸਕੀਏ। ਤੁਹਾਨੂੰ ਲੱਗਦਾ ਕਿ ਕੇਂਦਰ ਇਹ ਤੁਹਾਡੀ ਮੰਗ ਮੰਨੇਗੀ, ਕਿਉਂਕਿ ਪਹਿਲਾਂ ਵੀ ਕਾਫੀ ਕਨਫਲਿਕਟ ਚੱਲਿਆ? ਦੇਖੋ, ਮੰਨਣੀ ਤਾਂ ਚਾਹੀਦੀ ਹੈ, ਕਿਉਂਕਿ ਪੰਜਾਬ ਜਿਹੜਾ ਹੈ ਇਹ ਬਾਰਡਰ ਸਟੇਟ ਆ।
ਪੰਜਾਬ ਦੇ ਵਿੱਚ ਪੰਜਾਬ ਦੀਆਂ ਪਰਿਸਥਿਤੀਆਂ ਦੂਜੀਆਂ ਸਟੇਟਾਂ ਨਾਲੋਂ ਕੁਝ ਅਲੱਗ ਨੇ। ਸੋ ਅਸੀਂ ਆਪਣੀ ਗੱਲ ਫੋਰਸਫੁਲੀ ਰੱਖੀ ਆ। ਬੇਨਤੀ ਕਰਦੇ ਹਾਂ ਕੇਂਦਰ ਸਰਕਾਰ ਨੂੰ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ, ਖਾਸ ਤੌਰ 'ਤੇ ਆ ਜਿਹੜੀ ਕੋਲੇ ਵਾਲੀ ਮੰਗ ਜਿਹੜੀ ਅਸੀਂ ਕੀਤੀ ਆ, ਇਹਨੂੰ ਪ੍ਰਵਾਨ ਕੀਤਾ ਜਾਊਗਾ। ਬਿਜਲੀ ਨੂੰ ਲੈ ਕੇ ਗੱਲ ਆਉਂਦੀ ਹੈ, ਬਿਜਲੀ ਦੇ ਬਿੱਲ ਮਾਫ ਹੋਏ। ਆਮ ਆਦਮੀ ਪਾਰਟੀ ਨੇ ਪ੍ਰਚਾਰ ਵੀ ਬਹੁਤ ਕੀਤਾ ਕਿ ਬਹੁਤ ਜਣਿਆਂ ਦੇ ਜ਼ੀਰੋ ਬਿੱਲ ਆਏ ਨੇ, ਪਰ ਉਹਦਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹਦਾ ਇੱਕ ਲੈਕ ਵੀ ਸਾਹਮਣੇ ਆ ਰਿਹਾ ਹੈਗਾ ਕਿ ਜਿਹੜਾ ਬੋਰਡ ਹੈਗਾ, ਪਾਵਰਕੌਮ ਬੋਰਡ ਹੈ, ਉਹ ਬਹੁਤ ਘੱਟ 'ਚ ਜਾ ਰਿਹਾ ਹੈਗਾ। ਦੇਖੋ, ਪੰਜਾਬ ਗੌਰਮੈਂਟ ਨੇ, ਤੁਸੀਂ ਕਿਹਾ ਪ੍ਰਚਾਰ ਬਹੁਤ ਕੀਤਾ ਬਿਜਲੀ ਦੇ ਬਿੱਲਾਂ ਨੂੰ ਲੈ ਕੇ। ਪ੍ਰਚਾਰ ਤਾਂ ਲੋਕਾਂ ਨੇ ਕੀਤਾ। ਲੋਕਾਂ ਦੇ ਜਿਹਦੇ ਘਰ ਦੇ 90% ਤੋਂ ਜ਼ਿਆਦਾ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਨੇ। ਸੋ ਜਿੱਥੋਂ ਤੱਕ ਪ੍ਰਚਾਰ ਦੀ ਗੱਲ ਆ, ਪ੍ਰਚਾਰ ਤਾਂ ਜਿਹਦਾ ਬਿਜਲੀ ਦਾ ਬਿੱਲ ਜ਼ੀਰੋ ਆਊਗਾ ਜੀ, ਉਹਨੂੰ ਘਰ ਘਰ ਪਤਾ ਹੀ ਆ। ਅਸੀਂ ਕੋਈ ਉਹੋ ਜਿਹਾ ਪ੍ਰਚਾਰ ਤੇ ਕਰ ਨਹੀਂ ਰਹੇ। ਅਸੀਂ ਤੇ ਲੋਕਾਂ ਦੇ ਬੰਦ ਘਰ ਜਿਹੜੇ ਸੀਗੇ ਨਾ, ਉਹਨਾਂ ਦੇ ਵਿੱਚ ਵੀ ਸਮਝ ਲਓ ਵੀ ਜਿਹੜੀ ਚੀਤਾਂ ਹੁੰਦੀਆਂ ਨੇ, ਉਹਨਾਂ ਥਾਣੀ ਵੀ ਪੈਸੇ ਸੁੱਟ ਦਿੱਤੇ ਅੰਦਰ, ਕਿਉਂਕਿ ਨਹੀਂ ਬਿੱਲ ਆਉਂਦਾ ਅਤੇ ਪੈਸੇ ਲੋਕਾਂ ਦੀ ਜੇਬ ਦੇ ਵਿੱਚ ਰਹਿ ਗਏ। ਔਰ ਇਹਦੇ ਵਾਸਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਇਆ, ਕਿਸੇ ਨਾਲ ਵਿਤਕਰਾ ਨਹੀਂ ਹੋਇਆ, ਕੋਈ ਕਿਲੋਵਾਟ ਦੀ ਸ਼ਰਤ ਨਹੀਂ ਰੱਖੀ ਗਈ। ਐਂਡ ਸਭ ਤੋਂ ਵੱਡੀ ਗੱਲ, ਕੋਈ ਖੱਜਲ ਖੁਆਰੀ ਨਹੀਂ ਹੋਈ ਕਿ ਹੁਣ ਆਹ ਫਾਰਮ ਭਰੋ ਜੀ, ਹੁਣ ਮਾਫੀ ਫਾਰਮ ਭਰੋ ਜੀ, ਹੁਣ JE ਕੋਲ SDO ਕੋਲ ਮੋਹਰ ਲਵਾਓ ਜੀ, ਹੁਣ ਦਫ਼ਤਰਾਂ 'ਚ ਜਾਓ ਜੀ। ਕਿਸੇ ਨੂੰ ਕੋਈ ਖੱਜਲ ਖੁਆਰੀ ਨਹੀਂ ਹੋਈ ਹੈ ਕਿ ਸਿਸਟਮ ਸੈੱਟ ਕਰ ਦਿੱਤਾ ਕਿ 600 ਯੂਨਿਟ ਤੱਕ ਬਿਜਲੀ ਦੀ ਕੰਜ਼ੰਪਸ਼ਨ ਆ, ਬਿਜਲੀ ਦਾ ਬਿੱਲ ਜ਼ੀਰੋ ਜਨਰੇਟ ਹੋ ਕੇ ਉਹਦੇ ਘਰ ਦੇ ਵਿੱਚ ਚਲੇ ਜਾਏਗਾ। ਸਵਾਲ ਮੇਰਾ ਇਹੀ ਸੀ ਕਿ ਪਾਵਰਕੌਮ ਨੂੰ ਨੁਕਸਾਨ ਹੋਇਆ, ਇਸ ਦਾ ਕੋਈ ਲੈ ਕੇ ਆਇਆ ਜਾ ਰਿਹਾ ਕਿ ਟਰਾਂਸਫਾਰਮਰ ਨਵੇਂ ਲਾਉਣ ਲਈ ਰੁਪਏ ਨਹੀਂ ਜਾਂ ਬਜਟ ਹਿੱਲ ਗਿਆ ਹੈਗਾ? ਪਾਵਰਕੌਮ ਤੇ ਉਹ ਜਿਹੜੀ ਆ ਉਹ ਕਾਰਪੋਰੇਸ਼ਨ ਆ, ਉਹਨੇ ਬਿਜਲੀ ਸਪਲਾਈ ਕਰਨੀ ਆ ਦੇਣੀ ਆ। ਜੋ ਉਹਨਾਂ ਦਾ ਬਣਦੀ ਸਬਸਿਡੀ ਆ, ਉਹ ਬਖੂਬੀ ਪੰਜਾਬ ਗੌਰਮੈਂਟ ਦੇ ਰਹੀ ਆ। ਉਹਨਾਂ ਨੂੰ ਤੇ ਘਾਟੇ ਦਾ ਕੋਈ ਸਵਾਲ ਹੀ ਨਹੀਂ ਆ, ਕਿਉਂਕਿ ਉਹਨਾਂ ਨੇ ਤੇ ਆਪਦੇ ਜਿਹੜੇ ਪੈਸੇ ਆ ਉਹ ਲੈ ਲੈਣੇ, ਉਹ ਪੰਜਾਬ ਗੌਰਮੈਂਟ ਪੇ ਕਰ ਰਹੀ ਆ। ਜੇ ਗੱਲ ਕਰੀਏ ਤਾਂ ਡਬਲ ਮੀਟਰ ਵੀ ਦੁਬਾਰਾ ਲੱਗ ਰਹੇ ਨੇ, ਹੁਣ ਫਿਰ ਤੋਂ ਬੜਾ ਮੁੱਦਾ ਉੱਠ ਰਿਹਾ ਡਬਲ ਮੀਟਰ ਦਾ। ਲੋਕ ਘਰਾਂ ਦੇ ਵਿੱਚ ਲਾ ਰਹੇ ਨੇ ਬਿੱਲਾਂ ਨੂੰ ਦੇਖ ਕੇ। ਕੁਝ ਕੁ ਲੋਕ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੀ ਕਰ ਰਹੇ ਨੇ। ਮੇਰੀ ਤਾਂ ਅਪੀਲ ਹੀ ਆ ਉਹਨਾਂ ਨੂੰ ਕਿ 600 ਯੂਨਿਟ ਵੈਸੇ ਵੀ ਬਹੁਤ ਹੁੰਦਾ। ਸਰਕਾਰ ਉਹਨਾਂ ਦੀ ਆਪ ਦੀ ਸਰਕਾਰ ਆ, ਲੋਕਾਂ ਦੀ ਸਰਕਾਰ ਆ। ਸੋ ਲੋਕਾਂ ਨੂੰ ਇਹ ਕੁਝ ਕੁ ਜਿਹੜੇ ਇਸ ਤਰ੍ਹਾਂ ਕਰਦੇ ਨੇ, ਉਹਨਾਂ ਨੂੰ ਸਮਝਣਾ ਚਾਹੀਦਾ ਉਹਨਾਂ ਦੀ ਸਰਕਾਰ ਆ, ਉਹਨਾਂ ਦੀ ਬਿਜਲੀ ਆ, ਉਹਨਾਂ ਦਾ ਖਜ਼ਾਨਾ ਆ, ਉਹਨਾਂ ਦਾ ਹੀ ਸਾਰਾ ਕੁਝ ਆ। ਸੋ ਆਪਣਾ ਸਮਝ ਕੇ ਵਰਤਣਾ ਚਾਹੀਦਾ ਕਿ ਮੇਰਾ ਆਪਦਾ ਹੈ, ਨਾ ਕਿ ਜੇ ਆਪਾਂ ਸਰਕਾਰ ਨਾਲੋਂ ਤੋਂ ਕੁਝ ਵੱਖਰੀ ਸੋਚ ਰੱਖਾਂਗੇ ਕਿ ਸਰਕਾਰ ਤੋਂ ਅਸੀਂ ਜੋ ਕੁਝ ਲੈਣਾ ਉਹ ਲੈ ਲਈਏ ਅਤੇ ਉਹਨੂੰ ਬਾਅਦ ਦੇ ਵਿੱਚ ਮਿਸਯੂਜ਼ ਕਰ ਲਈਏ। ਇਸ ਤਰ੍ਹਾਂ ਦੇ ਅਸੀਂ ਵੀ ਬਰਦਾਸ਼ਤ ਨਹੀਂ ਕਰਾਂਗੇ। ਔਰ ਚਾਹੀਦਾ ਵੀ ਇਹ ਆ ਕਿ ਲੋਕਾਂ ਨੂੰ ਵੀ ਇਹੋ ਜਿਹੇ ਢੰਗ ਤਰੀਕੇ ਜਿਹੜੇ ਆ ਉਹ ਨਾ ਅਪਣਾਉਣ। ETO ਸਾਹਿਬ, ਇੱਕ ਬਿਜਲੀ ਦੇ ਚੋਰੀ ਨੂੰ ਲੈ ਕੇ ਇਲਜ਼ਾਮ ਲੱਗਦਾ ਹੈ, ਸਰਕਾਰੀ ਥਾਣੇ ਹੋਣ ਜਾਂ ਸਰਕਾਰੀ ਸੰਸਥਾਵਾਂ ਹੋਣ, ਦਫ਼ਤਰਾਂ ਦੇ ਉੱਪਰ ਕੁੰਡੀਆਂ ਪਾਈਆਂ ਜਾਂਦੀਆਂ, ਉਹਨਾਂ 'ਤੇ ਲਗਾਮ ਕੱਸਣ ਦੇ ਲਈ ਕੀ ਕਰ ਰਹੇ ਹੋ? ਦੇਖੋ, ਉਹਨਾਂ ਨੂੰ ਅਸੀਂ ਜਿਹੜੇ ਆ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਲਿਮਟਡ ਉਹਨਾਂ ਨੂੰ ਕੁਝ ਕੀਤਾ ਜਾਵੇ ਵੀ ਇੰਨੇ ਕਈ ਕੰਜ਼ੰਪਸ਼ਨ ਹੋ ਸਕਦੀ ਆ, ਜਾਂ ਕਿਹੜੇ ਅਧਿਕਾਰੀ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਅਲਾਊਡ ਨੇ ਬਲੋਅਰ ਵਗੈਰਾ, AC ਵਗੈਰਾ ਗਰਮੀਆਂ ਦੇ ਵਿੱਚ, ਉਹ ਦੇਖੀਏ। ਇਸ ਤੋਂ ਇਲਾਵਾ ਸਾਡੀ ਕੋਸ਼ਿਸ਼ ਇਹ ਵੀ ਆ ਕਿ ਸੋਲਰ ਜਿਹੜੇ ਪ੍ਰੋਜੈਕਟ ਨੇ ਉਹ ਸਾਰੇ ਸਰਕਾਰੀ ਬਿਲਡਿੰਗਾਂ ਦੇ ਉੱਤੇ ਕੀਤੇ ਜਾਣ। ਡਬਲ ਮੀਟਰ ਇਹ ਲੱਗ ਸਕਦੇ ਨੇ, ਇਹਨਾਂ ਦਾ ਕੀ ਪ੍ਰੋਸੈਸ ਹੈ? ਨਹੀਂ, ਦੇਖੋ, ਡਬਲ ਮੀਟਰ ਤਾਂ ਨਹੀਂ ਲੱਗ ਸਕਦਾ। ਇੱਕ ਬਿਲਡਿੰਗ ਆ, ਇੱਕ ਘਰ ਆ, ਇੱਕ ਰਸੋਈ ਆ, ਅਤੇ ਫਿਰ ਤਾਂ 1 ਹੀ ਮੀਟਰ ਹੋਏਗਾ, ਹੈ ਨਾ। ਜੇ ਕੋਈ ਨਵਾਂ ਘਰ ਬਣ ਗਿਆ ਤਾਂ ਉੱਥੇ ਨਵਾਂ ਮੀਟਰ ਜਿਹੜਾ ਉਹ ਲੱਗ ਸਕਦਾ, ਉਹ ਲਗਵਾ ਸਕਦੇ ਨੇ। ਪਰ ਜਿਹੜੇ ਆ ਉਹ ਇੱਕ ਬਿਲਡਿੰਗ ਦੇ ਵਿੱਚ, ਇੱਕ ਰਸੋਈ, ਇੱਕ ਘਰ ਦੇ ਵਿੱਚ ਡਬਲ ਮੀਟਰ ਨਹੀਂ ਹੋ ਸਕਦੇ। ਇੱਕ ਟੋਲ ਪਲਾਜ਼ੇ ਨੂੰ ਲੈ ਕੇ ਗੱਲ ਕਰ ਰਹੇ ਹਾਂ ਆਪਾਂ। ਟੋਲ ਪਲਾਜ਼ਾ ਅੱਜ CM ਮਾਨ ਨੇ ਬੰਦ ਕਰਵਾਇਆ, ਹੁਸ਼ਿਆਰਪੁਰ ਵਾਲਾ ਲਾਚੋਵਾਲ ਟੋਲ ਪਲਾਜ਼ਾ। ਪਰ ਅਕਾਲੀ ਦਲ ਇਹ ਬਿਆਨ ਕਰ ਰਿਹਾ ਹੈਗਾ ਕਿ ਜਦੋਂ ਬੁਨਿਆਦ ਹੀ ਖਤਮ ਹੋ ਗਈ ਹੈ ਤਾਂ ਉਸ ਨੂੰ ਬੰਦ ਕਰਵਾਉਣ ਦਾ ਕੀ ਹੋਇਆ? ਉਹ ਤਾਂ ਕਹਿੰਦੇ ਬੁਨਿਆਦ ਹੀ ਖਤਮ ਹੋ ਗਈ, ਹੁਣ ਤਾਂ ਆਪ ਹੀ ਬੰਦ ਹੈ। ਨਹੀਂ, ਦੇਖੋ, ਬੁਨਿਆਦ ਖਤਮ ਹੋ ਗਈ। ਉਹਨਾਂ ਨੇ ਸਾਨੂੰ ਅਪਲਾਈ ਕੀਤਾ ਸੀਗਾ ਕਿ ਸਾਨੂੰ 500 ਦੇ ਕਰੀਬ ਜਿਹੜੀ ਹੋਰ ਅੱਗੇ ਐਕਸਟੈਂਸ਼ਨ ਦਿੱਤੀ ਜਾਵੇ, ਕਿਉਂਕਿ ਡਿਊਰਿੰਗ ਫਾਰਮਰ ਐਜੀਟੇਸ਼ਨ ਐਂਡ ਕੋਵਿਡ ਦੇ ਵਿੱਚ ਸਾਡੇ ਕੰਟਰੈਕਟ ਦੇ ਵਿੱਚ ਲਿਖਿਆ ਜੀ ਇਸ ਤਰ੍ਹਾਂ। ਪਰ ਦੇਖੋ, ਐਕਸਟੈਂਸ਼ਨ ਦੇਣ ਦੇ ਉੱਤੇ ਜਦੋਂ ਉਹਨਾਂ ਦੀਆਂ ਲਾਇਬਿਲਟੀਜ਼ ਦੀ ਗੱਲ ਆਉਂਦੀ ਹੈ ਕਿ ਅਸੀਂ ਓਵਰਲੇ ਕਰਨਾ ਆ, ਅਸੀਂ ਰਿਪੇਅਰ ਕਰਨਾ ਆ, ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਨੇ, ਹੈ ਨਾ, ਇੰਨੇ ਸਮੇਂ ਦੇ ਵਿੱਚ ਆਹ ਕੰਮ ਕਰਨਾ, ਉਹ ਤਾਂ ਚੀਜ਼ ਆਪਦੀ ਤਾਂ ਲਾਇਬਿਲਟੀ ਸਮਝਦੇ ਨਹੀਂ ਆ। ਤੁਸੀਂ ਇਹਨਾਂ ਨੇ ਦੇਖੋ ਆ ਜਿਹੜਾ ਅੱਜ ਟੋਲ ਪਲਾਜ਼ਾ ਬੰਦ ਹੋਇਆ, ਐਸਕਰੋ ਅਕਾਊਂਟ ਹੀ ਗਲਤ, ਉਹਦੇ 'ਚ ਪੈਸੇ ਨਹੀਂ ਸੀਗੇ ਪਾਉਂਦੇ, ਦੂਜੇ ਅਕਾਊਂਟ 'ਚ ਪੈਸੇ ਪਾਈ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਕਿ ਐਕਸਪਾਇਰੀ ਹੋ ਗਈ ਆ। ਐਕਸਪਾਇਰੀ ਹੋਣ ਤੋਂ ਬਾਅਦ ਉਹਨਾਂ ਨੇ ਐਕਸਟੈਂਸ਼ਨ ਵਾਸਤੇ ਆਏ, ਐਕਸਟੈਂਸ਼ਨ ਨੂੰ ਰੱਦ ਵੀ ਤਾਂ ਕੀਤਾ ਗਿਆ ਨਾ। ਸਰਕਾਰ ਕੋਲ ਹੁੰਦਾ ਕਿ ਅਥਾਰਟੀ ਕਿ ਨੈਸ਼ਨਲ ਜਿਹੜੇ ਟੋਲ ਪਲਾਜ਼ੇ ਲੱਗੇ ਨੇ ਉਹਦੀ ਵੀ ਐਕਸਟੈਂਸ਼ਨ ਪੰਜਾਬ ਗਵਰਨਮੈਂਟ ਕਰ ਸਕਦੀ ਹੈ? ਉਹ ਨੈਸ਼ਨਲ ਹਾਈਵੇ ਦੇ ਜਿਹੜੇ ਨੇ ਉਹ ਨੈਸ਼ਨਲ ਗਵਰਨਮੈਂਟ।
ਤੇ ਜੇ ਟੋਲ ਪਲਾਜ਼ਿਆਂ ਤੇ ਗੱਲ ਕਰੀਏ ਤਾਂ ਅਮੂਮਨ ਤੌਰ ਤੇ ਇਹ ਦੇਖਿਆ ਜਾਂਦਾ ਕਿ 40 ਕਿਲੋਮੀਟਰ ਦੇ ਬਾਅਦ ਹੀ ਆ ਜਾਂਦਾ। ਆਪਾਂ ਗੱਲ ਕਰੀਏ ਪਟਿਆਲੇ ਰਾਜਪੁਰੇ ਵਾਲਾ ਹਨਾ, ਤਾਂ ਹੋਰ ਵੀ ਅਨੇਕਾਂ ਰੋਡ ਨੇ ਜਿੱਥੇ 40 50 30 ਕਿਲੋਮੀਟਰ ਤੱਕ ਵੀ ਟੋਲ ਪਲਾਜ਼ਾ ਆ ਜਾਂਦਾ ਹੈਗਾ, ਕਿਉਂਕਿ ਵੈਸੇ ਤਾਂ ਇਹਦੀ ਜਿਹੜੀ ਟਰਮ ਆ ਉਹ 60 ਕਿਲੋਮੀਟਰ ਦਾ ਘੇਰਾ ਬੰਦ ਹੈ। ਨਹੀਂ, ਉਹ ਗਡਕਰੀ ਸਾਹਿਬ ਦਾ ਬਿਆਨ ਸੀਗਾ, ਉਹ ਅਸੀਂ ਵੀ ਉਹਨਾਂ ਨੂੰ ਰਿਕੁਐਸਟ ਵੀ ਕਰਾਂਗੇ ਕਿ ਉਹ ਜਲਦੀ ਤੋਂ ਜਲਦੀ ਇਹਨੂੰ ਲਾਗੂ ਕਰੋ, ਕਿਉਂਕਿ ਟੋਲ ਪਲਾਜ਼ਾ ਦੇ ਉੱਤੇ ਬਹੁਤ ਖੱਜਲ ਖੁਆਰੀ ਹੁੰਦੀ ਆ, ਬਹੁਤ ਲੋਕਾਂ ਤੇ ਆਰਥਿਕ ਬੋਝ ਵੀ ਪੈਂਦੇ ਨੇ, ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਨੇ। ਸੋ ਅਸੀਂ ਰਿਕੁਐਸਟ ਕਰਾਂਗੇ ਕਿ ਇਹ ਜਿਹੜੀ 60 ਕਿਲੋਮੀਟਰ ਵਾਲੀ ਆ ਇਹਨੂੰ ਜਲਦ ਇੰਪਲੀਮੈਂਟ ਕੀਤਾ ਜਾਵੇ। ਧੂਰੀ ਜਦ ਜੋ ਟੋਲ ਬੰਦ ਕਰਵਾਇਆ ਸੀਗਾ ਤਾਂ ਉਦੋਂ ਵੀ ਗੋਲਡੀ ਉਹਨਾਂ ਦਾ ਬਿਆਨ ਸੀ ਕਿ ਇਹ ਤਾਂ ਬੰਦ ਅਸੀਂ ਕਰਵਾਤਾ ਸੀ, ਸਾਡੀ ਸਰਕਾਰ ਵੇਲੇ ਹੋ ਗਿਆ ਸੀ, ਤੇ ਇਹ ਤਾਂ ਹੁਣ ਦੁਬਾਰਾ ਇੱਕ ਈਵੈਂਟ ਕ੍ਰੀਏਟ ਕੀਤਾ ਜਾਂਦਾ। ਨਹੀਂ, ਕੋਈ ਈਵੈਂਟ ਕ੍ਰੀਏਸ਼ਨ ਵਾਲੀ ਗੱਲ ਨਹੀਂ ਆ। ਇਹ ਤੇ ਲੋਕਾਂ ਨੂੰ ਕੱਲ ਰਾਤ 12 ਵਜੇ ਤੋਂ ਬਾਅਦ ਹੀ ਪਤਾ ਲੱਗ ਗਿਆ ਹੋਵੇਗਾ ਕਿ ਈਵੈਂਟ ਕ੍ਰੀਏਸ਼ਨ ਹੋਈ ਆ ਕਿ ਅਸਲੀ ਤੌਰ ਤੇ ਬੰਦ ਹੋਇਆ। ਜੇ ਕੋਈ 11 ਵਜੇ ਲੰਘਿਆ ਹੋਵੇਗਾ ਤੇ ਉਹਦਾ ਟੋਲ ਲੱਗਿਆ ਹੋਵੇਗਾ, ਜੇ 12 ਵਜੇ ਤੋਂ ਬਾਅਦ ਲੰਘਿਆ ਹੋਵੇਗਾ ਤੇ ਨਹੀਂ ਲੱਗਿਆ ਹੋਵੇਗਾ। ਠੀਕ ਹੈ, ਇਹ ਤੇ ਲੋਕ ਜਾਣਦੇ ਨੇ ਨਾ, ਲੋਕ ਬੈਟਰ ਜਾਣਦੇ ਨੇ। ਜੇ ਕੋਈ ਤੁਸੀਂ ਕਹਿੰਦੇ ਹੋ ਕਿਸੇ ਨੇ ਬਿਆਨ ਦਿੱਤਾ ਕਿ ਉਹ ਪਹਿਲਾਂ ਬੰਦ ਕਰਵਾ ਦਿੱਤਾ ਸੀਗਾ, ਇਹ ਤੇ ਲੋਕ ਦੇਖ ਲੈਣ। ਜੇ ਪਹਿਲਾਂ ਕੋਈ ਟੋਲ ਪਲਾਜ਼ਾ ਬੰਦ ਸੀਗਾ ਤੇ ਅਸੀਂ ਉੱਥੇ ਜਾ ਗਏ ਆ, ਫਿਰ ਕੋਈ ਗੱਲ ਕੀਤੀ ਆ, ਤੇ ਫਿਰ ਤੇ ਕੋਈ ਕਹਿ ਸਕਦਾ। ਤੇ ਜੇ ਟੋਲ ਪਲਾਜ਼ਾ ਹੀ ਆਪ ਜਾ ਕੇ ਉਸ ਦਿਨ ਬੰਦ ਹੋਇਆ, ਉਸ ਮੌਕੇ ਬੰਦ ਹੋਇਆ, ਤੇ ਫਿਰ ਇਹੋ ਜਿਹੀਆਂ ਗੱਲਾਂ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ। ਸਾਹਿਬ ਲਾਡੋਵਾਲ ਦਾ ਟੋਲ ਪਲਾਜ਼ਾ ਨੂੰ ਲੈ ਕੇ ਹਮੇਸ਼ਾ ਵਿਵਾਦਾਂ 'ਚ ਰਹਿੰਦਾ, ਕਿਉਂਕਿ 3-3 4-400 ਦਾ ਜਿਹੜਾ ਹੈ ਇੱਕ ਵਾਰ ਦਾ ਉਹ ਕੱਟਿਆ ਜਾਂਦਾ ਟੋਲ ਉੱਥੋਂ। ਉਹਨੂੰ ਬੰਦ ਕਰਾਉਣ ਦੇ ਲੈ ਕੇ ਵੀ ਪੁਰਾਣੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਸੀ। ਹੁਣ ਵੀ ਰਵਨੀਤ ਬਿੱਟੂ ਉਹਨਾਂ ਨੇ ਕਿਹਾ ਹੈਗਾ ਲੇਟੈਸਟ ਕਿ ਉਹ ਆਉਣ ਵਾਲੇ ਸਾਲ ਦੇ ਵਿੱਚ ਉੱਥੇ ਧਰਨੇ 'ਤੇ ਬੈਠਣਗੇ ਤੇ ਉਹਨੂੰ ਬੰਦ ਕਰਾ ਕੇ ਰਹਿਣਗੇ। ਤੁਹਾਨੂੰ ਲੱਗਦਾ ਕਿ ਲਾਡੋਵਾਲ ਵਾਲਾ ਟੋਲ ਜਾਂ ਤਾਂ ਕੋਈ ਰੇਟ ਦੇ ਵਿੱਚ ਉਹਨਾਂ ਘੱਟ ਕੀਤਾ ਜਾਵੇ ਜਾਂ ਉਹਨੂੰ ਫਿਰ ਬੰਦ ਕੀਤਾ ਜਾਵੇ? ਦੇਖੋ, ਉਹਨੂੰ ਐਗਜ਼ਾਮਨ ਕਰਵਾ ਲੈਂਦੇ ਆ, ਜੋ ਵੀ 300 ਇੱਕ ਪਾਸੇ ਦਾ ਹੀ ਟੋਲ ਲੱਗ ਜਾਂਦਾ। ਉਹ ਦੇਖ ਲੈਂਦੇ ਆ ਉਹਦਾ ਕੀ ਆ, ਉਹਨੂੰ ਐਗਜ਼ਾਮਨ ਕਰਵਾ ਲੈਂਦੇ। ਤੇ ਇੱਕ ਮੰਤਰੀ ਸਾਹਿਬ ਜੇ ਗੱਲ ਕਰੀਏ ਤਾਂ ਟੋਲ ਪਲਾਜ਼ਿਆਂ ਦੇ ਉੱਪਰ ਬਿਹੇਵੀਅਰ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨੇ, ਕਿਉਂਕਿ ਜੇ ਫਾਸਟੈਗ ਹੈਗਾ ਤਾਂ ਉਨੇ ਰੁਪਏ ਲੱਗਦਾ, ਲੇਕਿਨ ਜੇ ਫਾਸਟੈਗ ਨਹੀਂ ਹੈ ਆਪਾਂ ਅਮੂਮਨ ਤੌਰ ਤੇ ਕੈਸ਼ ਦੇਣ ਦੀ, ਕਿਉਂਕਿ ਰੁਪਈਆ ਦੇਖੋ ਗੱਲ ਤਾਂ ਇਹ ਹੈ ਕਿ ਟੋਲ ਪ੍ਰੋਵਾਈਡ ਕਰਨਾ ਆਪਾਂ, ਜੋ ਕੋਈ ਪੈਸੇਂਜਰ ਟੋਲ ਦੇ ਰਿਹਾ ਉਹ ਚਾਹੇ ਫਾਸਟੈਗ ਥਰੂ ਦੇ ਰਿਹਾ ਹੋਵੇ ਚਾਹੇ ਰੁਪਏ ਥਰੂ ਦੇ ਰਿਹਾ ਹੋਵੇ, ਪਰ ਉਹ ਡਬਲ ਰੁਪਏ ਲੈਂਦੇ ਨੇ ਜਦੋਂ ਫਾਸਟੈਗ ਨਹੀਂ ਹੁੰਦਾ। ਇਹ ਜਿਹੜੀ ਚੀਜ਼ ਆ ਤੁਹਾਡੀ, ਇਹ ਤੇ ਕੁਝ ਕੁ ਇਹੋ ਜਿਹੇ ਟੋਲ ਪਲਾਜ਼ਾ ਵੀ ਹੈਗੇ ਨੇ ਜਿੱਥੇ ਫਾਸਟੈਗ ਹੈ ਹੀ ਨਹੀਂ ਹੈ, ਜਾਂ ਸਮਝ ਲਓ ਉਹਨਾਂ ਦੇ ਕੰਟਰੈਕਟ ਪਹਿਲਾਂ ਤੇ ਹੋਏ ਉਦੋਂ ਫਾਸਟੈਗ ਦੀ ਹੋ ਸਕਦਾ ਪ੍ਰੋਵੀਜ਼ਨ ਹੀ ਨਾ ਹੋਵੇ, ਜਾਂ ਅਜੇ ਟੈਕਨੋਲੋਜੀ ਨਾ ਆਈ ਹੋਵੇ। ਹੁਣ ਜਿਹੜੇ ਇਸ ਤਰ੍ਹਾਂ ਦੇ ਆ ਉਹ ਜ਼ਰੂਰ ਉਹਨਾਂ ਨੂੰ ਬੁਲਾਇਆ ਜਾਏਗਾ, ਉਹਨਾਂ ਨੂੰ ਬੁਲਾ ਕੇ ਪੁੱਛਾਂਗੇ ਕਿ ਇਹਦੇ ਪਿੱਛੇ ਕੀ ਰੀਜ਼ਨ ਨੇ। ਜੋ ਵੀ ਹੋ ਸਕਿਆ ਲੋਕਾਂ ਦੀ ਬਿਹਤਰੀ ਵਾਸਤੇ, ਲੋਕ ਹਿੱਤ ਦੇ ਵਿੱਚ ਜੋ ਵੀ ਹੋਇਆ ਉਹਨੂੰ ਜ਼ਰੂਰ। ਆਖਰੀ ਸਵਾਲ ਹੈ ਈਟੀਓ ਸਾਹਿਬ, ਅਕਾਲੀ ਦਲ ਕਹਿ ਰਿਹਾ ਕਿ ਸੀਐਮ ਮਾਨ ਇਹ ਐਲਾਨ ਕਰਨ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਨਵਾਂ ਟੋਲ ਪਲਾਜ਼ਾ ਨਹੀਂ ਲੱਗੇਗਾ। ਦੇਖੋ, ਉਹਨਾਂ ਦੀ ਸਰਕਾਰ 'ਚ ਕਿੰਨੇ ਲੱਗੇ ਸੀਗੇ? ਸਾਡੇ ਤੋਂ ਤੇ ਐਲਾਨ ਦੀ ਮੰਗ ਕਰ ਰਹੇ ਨੇ, ਉਹਨਾਂ ਨੇ ਤੇ ਲਗਾਏ ਨੇ, ਅਸੀਂ ਤੇ ਹਟਾ ਹੀ ਰਹੇ ਹਾਂ, ਲੋਕਾਂ ਦੇ ਉੱਤੇ ਜਿਹੜਾ ਬੋਝ ਪੈ ਰਿਹਾ ਆ ਉਹ ਹਟਾ ਹੀ ਰਹੇ ਆ। ਉਹ ਇਹ ਗੱਲ ਕਹਿਣ ਵਾਲੇ ਕੌਣ ਹੁੰਦੇ ਨੇ ਕਿ ਹੁਣ ਐਲਾਨ ਕਰੋ? ਐਲਾਨ ਤੇ ਤਾਂ ਕਰੀਏ ਜੇ ਅਸੀਂ ਤੇ ਪਹਿਲਾਂ ਉਹਨਾਂ ਦੇ ਪਾਏ ਹੋਏ ਜਿਹੜੇ ਨੇ ਪੰਗੇ, ਉਹਨਾਂ ਨੂੰ ਤੇ ਅਸੀਂ ਖਤਮ ਕਰਨ ਤੇ ਲੱਗੇ ਹੋਏ ਆ, ਉਹਨਾਂ ਦੇ ਤੇ ਬਣਾਏ ਹੋਇਆਂ ਨੂੰ ਅਸੀਂ ਅੱਜ ਹਟਾ ਰਹੇ ਹਾਂ। ਸੋ ਇਹੋ ਜਿਹੀਆਂ ਗੱਲਾਂ ਨਹੀਂ ਸੋਭਾ ਦਿੰਦੀਆਂ ਕਿ ਆਹ ਐਲਾਨ ਕਰੋ। ਜਦੋਂ ਆਪ ਦੀ ਸਰਕਾਰ ਸੀਗੀ ਉਦੋਂ ਕੀ ਐਲਾਨ ਕੀਤੇ ਸੀਗੇ, ਉਦੋਂ ਕੀ ਕੀਤਾ ਸੀਗਾ, ਉਦੋਂ ਦੱਸੋ ਨਾ ਆਪ। ਰਾਦਰ ਕੇ ਇਹਨੂੰ ਸਾਡੇ ਤੇ ਕੁਐਸਚਨ ਮਾਰਕ ਲਾਉਣ ਤੋਂ ਪਹਿਲਾਂ ਆਪ ਦੇ ਸਮੇਂ ਦਾ ਜੋ ਤੁਹਾਡਾ ਲੇਖਾ ਜੋਖਾ ਆ ਉਹ ਲੋਕਾਂ ਦੇ ਸਾਹਮਣੇ ਰੱਖੋ। ਉਹ ਕਹਿੰਦੇ ਸਾਨੂੰ ਕਹਿੰਦੇ ਨੇ ਕਿ ਪੁਰਾਣੀਆਂ ਸਰਕਾਰ ਨੇ ਐਂ ਕੀਤਾ, ਕਹਿੰਦੇ ਚਲੋ ਠੀਕ ਹੈ ਅਸੀਂ ਤਾਂ ਜੋ ਕਰਤਾ, ਪਰ ਤੁਸੀਂ ਕਹਿੰਦੇ ਕਰਕੇ ਦਿਖਾਓ। ਠੀਕ ਆ, ਕਰ ਦਿੱਤਾ, ਅਸੀਂ ਤੇ ਕਰ ਰਹੇ ਹਾਂ। ਫਿਰ ਅਸੀਂ ਕਰ ਰਹੇ ਹਾਂ ਨਾ, ਅਸੀਂ ਆਪਦੀ ਡਿਊਟੀ ਜਿਹੜੀ ਆ ਉਹ ਨਿਭਾ ਰਹੇ ਹਾਂ, ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਆ ਪੂਰੇ ਕਰ ਰਹੇ ਹਾਂ। ਤੁਸੀਂ ਦੱਸੋ 600 ਯੂਨਿਟ ਦਾ ਵਾਅਦਾ ਸੀਗਾ ਜੁਲਾਈ ਤੋਂ, ਕੋਈ ਇਹੋ ਜਿਹੀ ਗੱਲ ਤਾਂ ਨਹੀਂ ਸੀਗੀ ਕਿ ਤਲਵਾਰ ਲਟਕਣ ਦਈ ਸੀਗੀ ਜਾਂ ਕੱਲ੍ਹ ਨੂੰ ਇਲੈਕਸ਼ਨਾਂ ਸੀਗੀਆਂ ਜਾਂ ਕੋਈ ਹੋਰ ਸੀਗਾ। 1 ਜੁਲਾਈ ਤੋਂ ਹੀ ਪੂਰਾ ਕੀਤਾ ਨਾ। ਸੋ ਇਹ ਨਹੀਂ ਅਸੀਂ ਜੋ ਵਾਅਦੇ ਲੋਕਾਂ ਨਾਲ ਕੀਤੇ ਨੇ ਅਸੀਂ ਲੋਕਾਂ ਨੂੰ ਜਵਾਬ ਦੇ ਹਾਂ, ਅਸੀਂ ਲੋਕਾਂ ਨਾਲ ਵਾਅਦੇ ਕੀਤੇ ਆ, ਅਸੀਂ ਉਸੇ ਤਰ੍ਹਾਂ ਨਾਲ ਪੂਰੇ ਕਰ ਰਹੇ ਹਾਂ ਔਰ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਖੁਸ਼ ਨੇ। ਲਾਸਟ ਸਵਾਲ ਹੈ ਈਟੀਓ ਸਾਹਿਬ, ਕਿਤੇ ਲੱਗਦਾ ਤੁਹਾਨੂੰ ਸਰਕਾਰ ਦੇ ਵਿੱਚ ਕੋਈ ਮਿਸਕਮਿਊਨੀਕੇਸ਼ਨ ਚੱਲ ਰਹੀ ਹੈ? ਕਿਉਂਕਿ ਗਵਰਨਰ ਦੇ ਨਾਲ ਜਦੋਂ ਵੀ ਟਸਲ ਹੁੰਦੀ ਹੈ ਤਾਂ ਉਹ ਇੱਕੋ ਗੱਲ ਕਹਿੰਦੇ ਨੇ ਕਿ ਮੈਂ ਇਹਨਾਂ ਦੇ ਕਿਸੇ ਦੀ ਕਿਉਂਕਿ ਹੁਣ ਕਿਹਾ ਉਹਨਾਂ ਨੇ ਕਿ ਚੀਫ ਸੈਕਟਰੀ ਨੂੰ ਮੈਂ ਪਹਿਲਾਂ ਇਨਫੋਰਮ ਕਰ ਦਿੱਤਾ ਸੀ। ਤੁਹਾਨੂੰ ਲੱਗਦਾ ਕਿਤੇ ਕੋਈ ਮਿਸਕਮਿਊਨੀਕੇਸ਼ਨ ਰਹਿ ਰਹੀ ਹੈ? ਨਹੀਂ, ਕੋਈ ਨਹੀਂ ਇਹੋ ਜਿਹੀ ਜਿਹੜੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ। ਐਕਚੁਅਲੀ ਅਸੀਂ ਚੰਡੀਗੜ੍ਹ ਦੇ ਉੱਤੇ ਜਾਂ ਜੋ ਉੱਥੇ ਸਾਡੇ ਡੈਪੂਟੇਸ਼ਨ 'ਤੇ ਪੰਜਾਬ ਦੇ ਅਧਿਕਾਰੀ ਆਉਂਦੇ ਨੇ, ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਆ ਜੋ ਸਾਡਾ ਬਣਦਾ ਹੱਕ ਆ ਨਾ ਅਸੀਂ ਉਹਨੂੰ ਮੇਨਟੇਨ ਕਰੀਏ। ਅਤੇ ਜੇ ਕੋਈ ਉਹਨੂੰ ਮੇਨਟੇਨ ਕਰਨ ਦੇ ਵਿੱਚ ਕੋਈ ਉਹਦੇ 'ਤੇ ਕੋਈ ਸਵਾਲੀਆ ਚਿੰਨ੍ਹ ਲੱਗਦਾ ਹੈ ਤਾਂ ਉਹ ਤਾਂ ਫਿਰ ਅਸੀਂ ਬੋਲਾਂਗੇ ਹੀ। ਬਹੁਤ ਬਹੁਤ ਧੰਨਵਾਦ।
ਤਾਂ ਇਹ ਸਨ ਸਾਡੇ ਨਾਲ ਹਰਭਜਨ ਸਿੰਘ ਈਟੀਓ, ਜਿਨ੍ਹਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਿਆਂ ਤੇ ਉੱਪਰ ਹੋਰ ਹੀ ਗੁੰਡਾਗਰਦੀ ਨੂੰ ਰੋਕਿਆ ਜਾਏਗਾ ਤੇ ਨਾਲ ਹੀ ਕੋਲ ਦੀ ਜਿਹੜੀ ਅੱਗੇ ਦੀ ਖਪਤ ਹੈ ਉਸ ਨੂੰ ਵਧਾਇਆ ਜਾਏਗਾ ਤਾਂ ਕਿ ਪੰਜਾਬ ਦੇ ਵਿੱਚ ਬਿਜਲੀ ਨੂੰ ਲੈ ਕੇ ਕੋਈ ਸਮੱਸਿਆ ਨਾ ਆਵੇ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਮਨਦੀਪ ਜੋਤ, ਚੰਡੀਗੜ੍ਹ।